ਸਨਮਾਨਯੋਗ ਜੁਗੋ ਜੁਗ ਅਟਲ ਤਖ਼ਤ ਚਬਰ ਦੇ ਮਾਲਕ ਗਰੀਬ ਨਵਾਜ਼ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤ ਸੰਗੀ ਜਨੋ ਗੁਰੂ ਬਖਸ਼ੀ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਨੂੰ ਵਿਚਾਰਦੇ ਹਾਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਨੁੱਖਤਾ ਦੇ ਭਲੇ ਲਈ ਰਹਿਮਤਾਂ ਵਰਤਾ ਰਹੇ ਨੇ। ਨਾਨਕ ਝੀਰੇ ਦੀ ਧਰਤੀ ਤੋਂ ਅਗਾਂਹ ਆਂਧਰਾ ਪ੍ਰਦੇਸ਼ ਦੇ ਇਲਾਕੇ ਵਿੱਚ ਜਿਹੜਾ ਕਦਲੀ ਨਾਮ ਦਾ ਜੰਗਲ ਹੈ, ਉੱਥੇ ਕੌਡੇ ਰਾਖਸ਼ ਨੂੰ ਜਿਹੜਾ ਮੁਰਦਿਆਂ ਨੂੰ ਤਲ ਕੇ ਖਾਂਦਾ ਹੈ, ਮਨੁੱਖਾਂ ਨੂੰ ਤਲ ਕੇ ਖਾਂਦਾ ਹੈ, ਸਤਿਗੁਰੂ ਨੇ ਉਹਨੂੰ ਰੱਬੀ ਉਪਦੇਸ਼ ਦੇ ਕੇ ਤੇ ਕੌਡੇ ਰਾਖਸ਼ ਨੂੰ ਇੱਕ ਧਰਮੀ ਪੁਰਸ਼ ਬਣਾਇਆ। ਇੱਥੋਂ ਲੰਘ ਕੇ ਭਗਤ ਨਾਮਦੇਵ ਸਾਹਿਬ ਜੀ ਦੇ ਨਗਰ ਪਿੰਡ ਨਰਸੀ ਬਾਹਮਣੀ ਵਿਖੇ ਪਹੁੰਚ ਕੇ ਭਗਤ ਨਾਮਦੇਵ ਜੀ ਦੇ ਅਸਥਾਨ 'ਤੇ ਕੁਝ ਵਿਚਾਰਾਂ ਹੋਈਆਂ। ਭਗਤ ਨਾਮਦੇਵ ਜੀ ਦੀ ਬਾਣੀ ਜਿਹੜੀ ਕਿ 18 ਰਾਗਾਂ ਵਿੱਚ 61 ਸ਼ਬਦ ਨੇ, ਗੁਰੂ ਨਾਨਕ ਸਾਹਿਬ ਨੇ ਆਪਣੇ ਕੋਲ ਲਏ ਨੇ। ਇੱਥੋਂ ਹੀ ਅਗਾਂਹ ਭਗਤ ਤ੍ਰਿਲੋਚਨ ਸਾਹਿਬ ਜੀ, ਜਿਨ੍ਹਾਂ ਦੇ ਪਿੰਡ ਦਾ ਨਾਮ ਬਾਰਸੀ ਹੈ, ਉੱਥੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਭਗਤ ਤ੍ਰਿਲੋਚਨ ਸਾਹਿਬ ਜੀ ਦੇ ਅਸਥਾਨ 'ਤੇ ਰੱਬੀ ਵਿਚਾਰਾਂ ਕਰਕੇ ਮਨੁੱਖਤਾ ਨੂੰ ਰੱਬੀ ਰਾਹ ਪਾ ਕੇ ਭਗਤ ਤ੍ਰਿਲੋਚਨ ਸਾਹਿਬ ਜੀ ਦੀ ਬਾਣੀ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਪਣੇ ਕੋਲ ਲਈ ਹੈ। ਇੱਥੋਂ ਲੰਘ ਕੇ ਜੈਨੀਆਂ ਨੂੰ ਉਪਦੇਸ਼ ਦਿੱਤਾ। ਜਿਹੜੇ ਜੈਨੀ ਦਿਨ ਰਾਤ ਤੂੰ ਕਹਿ ਲਓ ਮੈਲੀ ਬਿਰਤੀ ਵਿੱਚ ਰਹਿਣ ਲੱਗ ਪਏ ਸਨ, ਸਤਿਗੁਰੂ ਨੇ ਉਹਨਾਂ ਨੂੰ ਉਪਦੇਸ਼ ਦੇ ਕੇ ਫਿਰ 4 ਵਾਕੀਆਂ ਨੂੰ ਉਪਦੇਸ਼ ਦੇ ਕੇ ਅਗਾਂਹ ਮਹਾਰਾਜ ਸੋਮਨਾਥ ਦੇ ਮੰਦਰ ਜਾਂਦੇ ਹੈ, ਜਿਹਨੂੰ ਆਪਾਂ ਪਿੱਛੇ ਵਿਚਾਰੇ ਹੈ ਕਿ ਸੋਮਨਾਥ ਦੀ ਮੰਦਰ ਸੋਮਨਾਥ ਜਿਹੜਾ ਮੰਦਰ ਹੈ, ਕ੍ਰਿਸ਼ਨ ਦੀ ਮੂਰਤੀ ਹੈ, 5 ਗਜ਼ ਉੱਚੀ। ਇਹਨੂੰ ਮਹਿਮੂਦ ਗਜ਼ਨਵੀ ਵਰਗਿਆਂ ਨੇ ਲੁੱਟਿਆ, ਬੜਾ 56 ਥੰਮਲੇ ਸਨ ਇਹਦੇ। ਸਤਿਗੁਰੂ ਨੇ ਸੋਮਨਾਥ ਦੇ ਮੰਦਰ ਵਿੱਚ ਪਹੁੰਚ ਕੇ ਲੋਕਾਂ ਨੂੰ ਬੁੱਤ ਪ੍ਰਸਤੀ ਤੋਂ ਹਟਾ ਕੇ ਰੱਬੀ ਬੰਦਗੀ ਵਿੱਚ ਜੋੜਿਆ। ਹੁਣ ਇੱਥੋਂ ਮਹਾਰਾਜ ਫਿਰ ਦੁਆਰਕਾ ਜਾਂਦੇ ਹੈ। ਬੜੇ ਧਿਆਨ ਨਾਲ ਸੁਣਿਓ। ਦੁਆਰਕਾ ਜਿਹੜਾ ਹੈ ਇਹ ਵੀ ਕ੍ਰਿਸ਼ਨ ਜੀ ਦਾ ਅਸਥਾਨ ਹੈ। ਇੱਥੇ ਜਿੱਥੇ ਕਈ ਮੂਰਤੀਆਂ ਬਣੀਆਂ ਹੋਈਆਂ, ਉੱਥੇ ਕ੍ਰਿਸ਼ਨ ਦੀ ਮੂਰਤੀ ਹੈ ਤੇ ਇੱਕ ਰਣ ਛੋੜ ਮੂਰਤੀ ਬਣੀ ਹੋਈ ਹੈ। ਤੁਹਾਨੂੰ ਪਤਾ ਹੋਵੇ ਇਹਦੇ ਪਿਛੋਕੜ ਵਿੱਚ ਕਦੀ ਜਾਓ, ਦੁਆਰਕਾ ਕਿਸੇ ਵਕਤ ਜਰਾਸਿੰਧ ਤੇ ਕ੍ਰਿਸ਼ਨ ਦਾ ਆਪਸੀ ਜੰਗ ਹੋਇਆ ਸੀ। ਉਹਦੇ ਵਿੱਚ ਕ੍ਰਿਸ਼ਨ ਜੀ ਜਰਾਸਿੰਧ ਤੋਂ ਬਚਣ ਦੇ ਲਈ ਦੌੜ ਗਏ ਸਨ, ਇਤਿਹਾਸ ਹੈ ਉਹਨਾਂ ਦਾ। ਤੇ ਉੱਥੇ ਬਾਅਦ ਵਿੱਚ ਇਸੇ ਗੱਲਾਂ ਨੂੰ ਮੱਦੇ ਨਜ਼ਰ ਰੱਖਦਿਆਂ ਮੂਰਤੀਆਂ ਬਣੀਆਂ ਹੋਈਆਂ। ਇੱਕ ਰਣ ਛੋੜ ਦੀ ਮੂਰਤੀ ਹੈ, ਕ੍ਰਿਸ਼ਨ ਦੀ ਮੂਰਤੀ ਹੈ, ਕੁਝ ਹੋਰ ਵੀ ਮੂਰਤੀਆਂ ਨੇ। ਇੱਥੋਂ ਦੇ ਲੋਕ ਵੀ ਪੱਥਰਾਂ ਦੇ ਪੁਜਾਰੀ ਨੇ। ਹੁਣ ਗੁਰੂ ਨਾਨਕ ਸਾਹਿਬ ਤੇ ਜਿੱਥੇ ਜਾਂਦੇ ਹੈ, ਲੋਕਾਂ ਨੂੰ ਇੱਕ ਗੱਲ ਬਾਰ-ਬਾਰ ਸਮਝਾਉਂਦੇ ਹੈ ਕਿ ਬੁੱਤ ਪ੍ਰਸਤੀ ਵਿੱਚ ਕੁਝ ਨਹੀਂ ਪਿਆ। ਕਿੰਨਾ ਚੰਗਾ ਹੋਵੇ ਤੁਸੀਂ ਹਿਰਦੇ ਦੇ ਅੰਦਰ ਉਸ ਪਰਮਾਤਮਾ ਦੀ ਯਾਦ ਨੂੰ ਵਸਾ ਕੇ
ਰੱਬੀ ਬੰਦਗੀ ਦੇ ਰਾਹ ਤੁਰ ਕੇ ਧਰਮੀ ਬਣ ਸਕੂੰ, ਚੰਗੇ ਕਰਮ ਕਰ ਸਕੂੰ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਦੁਆਰਕਾ ਦੀ ਧਰਤੀ ਤੇ ਵੀ ਲੋਕਾਂ ਨੂੰ ਰੱਬੀ ਨਾਮ ਨਾਲ ਜੋੜਿਆ, ਇੱਥੇ ਬਖਸ਼ਿਸ਼ ਵਰਤਾਈ ਹੈ। ਦੁਆਰਕਾ ਤੋਂ ਲੰਘ ਕੇ 10 ਮੀਲ ਦੀ ਦੂਰੀ ਤੇ ਇੱਕ ਪਿੰਡ ਪੈਂਦਾ ਹੈ, ਜਿਹਦਾ ਇਤਿਹਾਸ ਵਿੱਚ ਨਾਮ ਰਾਮਡੇ ਕਰਕੇ ਆਇਆ ਹੋਇਆ ਹੈ। ਸਤਿਗੁਰੂ ਉਸ ਨਗਰ ਵਿੱਚ ਗਏ। ਜਦੋਂ ਸਾਹਿਬ ਇੱਥੇ ਗਏ ਤੇ ਬਾਬੇ ਮਰਦਾਨੇ ਸਾਹਿਬ ਨੇ ਬੜੀ ਇੱਕ ਨਿਰਾਲੀ ਗੱਲ ਵੇਖੀ। ਇੱਥੋਂ ਦੇ ਲੋਕ ਦੇਵੀ ਦੇਵਤਿਆਂ ਦੇ ਨਾਮ ਤੇ ਆਪਣੇ ਸਰੀਰ ਨੂੰ ਦਾਗ ਲਾਉਂਦੇ ਹੈ। ਦਾਗ ਕਿਵੇਂ ਲਾਉਂਦੇ ਹੈ? ਕੁਝ ਉਹਨਾਂ ਲੋਹੇ ਦੇ ਇਸ ਢੰਗ ਦੇ ਸ਼ਸਤਰ ਬਣਾਏ ਨੇ, ਆਪਣੇ ਭਾਣੇ ਉਹ ਕਹਿੰਦੇ ਹੈ ਵੀ ਇਹ ਦੇਵੀ ਦੇਵਤਿਆਂ ਦੇ ਸ਼ਸਤਰ ਨੇ, ਜਿਵੇਂ ਤਰਸੂਲ ਹੈ ਜਾਂ ਹੋਰ ਆਦਿਕ ਸ਼ਸਤਰ ਨੇ। ਫਿਰ ਉਹਨਾਂ ਨੂੰ ਲੋਹੇ ਵਿੱਚ ਤਪਾ ਕੇ, ਇਹ ਦੁਆਰਕਾ ਦੇ ਲਾਗੇ ਦੀ ਗੱਲ ਹੈ, ਉਹਨੂੰ ਲੋਹੇ ਵਿੱਚ ਤਪਾ ਕੇ ਤੇ ਫਿਰ ਆਪਣੇ ਸਰੀਰ ਤੇ ਦਾਗ ਲਾਉਂਦੇ ਹੈ। ਕਈ ਕਈ ਦਿਨ ਸਰੀਰ ਤੇ ਕਸ਼ਟ ਸਹਾਰਦੇ ਹੈ। ਤੁਹਾਨੂੰ ਪਤਾ ਮੈਂ ਬੇਨਤੀ ਫਿਰ ਕਹਿਣ ਲੱਗੇ ਹਾਂ, ਅਕਸਰ ਕਈ ਵਾਰੀ ਪਿੰਡਾਂ ਥਾਵਾਂ ਵਿੱਚ ਪਸ਼ੂਆਂ ਨੂੰ ਦਾਗ ਲਾਇਆ ਜਾਂਦਾ ਸੀ, ਤਾਂ ਉਹ ਤੇ ਕੁਝ ਨਿਸ਼ਾਨੀਆਂ ਵਾਂਗ ਲਾਇਆ ਜਾਂਦਾ ਸੀ, ਪਰ ਬਹੁਤ ਦਰਦ ਸਹਿਣਾ ਪੈਂਦਾ ਸੀ ਪਸ਼ੂ ਨੂੰ ਵੀ। ਪਰ ਇੱਥੇ ਦੇ ਜਿਹੜੇ ਲੋਕ ਨੇ, ਰਾਮਡੇ ਦੇ ਰਹਿਣ ਵਾਲੇ, ਇਹ ਆਪਣੇ ਭਲਾਈ ਲਈ, ਇਹਨਾਂ ਦੀ ਮਨੌਤ ਹੈ ਵੀ ਇਹਦੇ ਨਾਲ ਭਲਾ ਹੋਏਗਾ, ਦੇਵੀ ਦੇਵਤੇ ਪ੍ਰਸੰਨ ਹੋ ਜਾਣਗੇ, ਤੇ ਇਹ ਇਵੇਂ ਲੋਹਾ ਤਪਾ ਕੇ ਆਪਣੇ ਸਰੀਰ ਤੇ ਦਾਗ ਲਾਉਂਦੇ ਸੀ। ਤੇ ਜਿਹੜੇ ਇਹਨਾਂ ਵਿੱਚੋਂ ਬੈਰਾਗੀ ਕਹਾਉਂਦੇ ਸਨ ਵੀ ਅਸੀਂ ਬੈਰਾਗੀ ਪੁਰਸ਼ ਹੈ, ਉਹ ਤੇ ਜਿੰਨਾ ਸਮਾਂ ਸਰੀਰ ਤੇ ਦਾਗ ਨਾ ਲਾਉਣ, ਓਨਾ ਸਮਾਂ ਚੌਂਕੇ ਤੇ ਕਦਮ ਨਹੀਂ ਰੱਖਦੇ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਇਹ ਲੋਕ ਰੱਬੀ ਇਬਾਦਤ ਛੱਡ ਕੇ ਧਰਮ ਦੇ ਨਾਂ ਤੇ ਕਿਹੋ ਜਿਹੀ ਬਿਰਤੀ ਵਿੱਚ ਉਲਝੇ ਪਏ ਨੇ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਇਸ ਬਿਰਤੀ ਤੋਂ ਹਟਾ ਕੇ ਸਾਹਿਬ ਨੇ ਸਮਝਾਇਆ, ਇਵੇਂ ਤਨ ਨੂੰ ਦੁੱਖ ਦੇ ਕੇ ਪਰਮਾਤਮਾ ਦੇ ਰਾਹ ਨਹੀਂ ਤੁਰਿਆ ਜਾ ਸਕਦਾ, ਜਾਂ ਇਵੇਂ ਤਨ ਨੂੰ ਦੁੱਖ ਦੇ ਕੇ ਕੋਈ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ। ਸਾਹਿਬ ਨੇ ਸਮਝਾਇਆ, ਏਕੋ ਜਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ। ਜੇ ਤੁਸੀਂ ਪਰਮਾਤਮਾ ਦੀ ਖੁਸ਼ੀ ਚਾਹੁੰਦੇ ਹੋ, ਉਹਦੀਆਂ ਬਖਸ਼ਿਸ਼ਾਂ ਚਾਹੁੰਦੇ ਹੋ, ਫਿਰ ਤੁਹਾਨੂੰ ਇੱਕ ਪਰਮਾਤਮਾ ਦੀ ਇਬਾਦਤ ਕਰਨੀ ਚਾਹੀਦੀ ਹੈ। ਉਹਨਾਂ ਲੋਕਾਂ ਨੂੰ ਇਸ ਕਸ਼ਟ ਵਾਲੇ ਪਾਸੇ ਤੋਂ ਸਤਿਗੁਰੂ ਨੇ ਮੋੜਿਆ। ਅਗਾਂਹ ਸਤਿਗੁਰੂ ਗਏ, ਇੱਕ ਅਸਥਾਨ ਆਇਆ ਜਿੱਥੇ ਲੋਕ ਭੈਰਵੀ ਚੱਕਰ ਦੀ ਪੂਜਾ ਕਰਦੇ ਸਨ। ਉਹਨਾਂ ਦੀ ਮਨੌਤ ਸੀ ਵੀ ਭੈਰਵੀ ਚੱਕਰ ਦੀ ਪੂਜਾ ਕਰਨ ਦੇ ਨਾਲ ਸਾਡੇ ਜੀਵਨ ਦੇ ਚੱਕਰ ਕੱਟੇ ਜਾਣਗੇ, ਜੰਮਣ ਮਰਨ ਕੱਟਿਆ ਜਾਏਗਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਲੋਕਾਂ ਨੂੰ ਵੀ ਇਹ ਗੱਲ ਸਮਝਾਈ। ਕਹਿਣ ਲੱਗੇ, ਭਲਿਓ ਜੇ ਤੁਸੀਂ ਜੰਮਣ ਮਰਨ ਕੱਟਣਾ ਤੇ ਤੁਸੀਂ ਰੱਬੀ ਇਬਾਦਤ ਵਾਲੇ ਪਾਸੇ ਤੁਰੋ, ਪਰਮਾਤਮਾ ਦੀ ਬਖਸ਼ਿਸ਼ ਨਾਮ ਵਾਲੇ ਪਾਸੇ ਤੁਰੋ, ਤੁਹਾਡਾ ਜੰਮਣ ਮਰਨ ਫਿਰ ਕੱਟਿਆ ਜਾਏਗਾ। ਉਹਨਾਂ ਨੂੰ ਵੀ ਬਚਨ ਸਮਝਾਇਆ ਹੋਵੇਗਾ ਕਿ ਇਹ ਗੱਲ ਚੇਤਾ ਰੱਖੋ, ਅਸੀਂ ਕਈ ਜਨਮ ਭੋਗ ਕੇ ਆਏ ਹਾਂ, ਕੀਤੇ ਰੁੱਖ ਬਿਰਖ ਹਮ ਚੀਨੇ, ਕੀਤੇ ਪਸ਼ੂ ਉਪਾਏ,
केते नाग कुली में आए, केते पंख उड़ाए। पर साहब ने ये बचन समझाए, भावें कई जूना भोगे है, पर ਇਹਦੇ ਤੋਂ ਮੁਕਤ ਹੋਣ ਦੇ ਲਈ ਜੇ ਆਪਣਾ ਜੀਵਨ ਸਵਾਰਨਾ, ਤੂੰ ਪਰਮਾਤਮਾ ਦੇ ਨਾਮ ਦਾ ਪੱਲਾ ਪਕੜੋ। ਇਹਨਾਂ ਨੂੰ ਵੀ ਰੱਬੀ ਉਪਦੇਸ਼ ਦਿੱਤਾ ਹੈ। ਇੱਥੋਂ ਲੰਘ ਕੇ ਕਈ ਥਾਵਾਂ ਤੇ ਕਿਰਪਾ ਕਰਦੇ ਹਾਂ, ਬਖਸ਼ਿਸ਼ ਵਰਤਾਉਂਦੇ ਹਾਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬ੍ਰਿੰਦਾਬਨ ਦੀ ਧਰਤੀ ਤੇ ਪਹੁੰਚੇ ਹੈ, ਮਥੁਰਾ ਟੱਪ ਕੇ। ਜਿਹੜੀ ਬ੍ਰਿੰਦਾਬਨ ਦੀ ਧਰਤੀ ਹੈ, ਬ੍ਰਿੰਦ ਦਾ ਆਖਰੀ ਅਰਥ ਹੁੰਦਾ ਤੁਲਸੀ, ਬਨ ਦਾ ਅਰਥ ਹੁੰਦਾ ਜੰਗਲ, ਤੁਲਸੀ ਦਾ ਜੰਗਲ। ਇੱਥੇ ਵੀ ਇੱਕ ਕ੍ਰਿਸ਼ਨ ਦੀ ਮੂਰਤੀ ਹੈ। ਉਹਨੇ ਗੋਵਰਧਨ ਚੁੱਕਿਆ ਹੋਇਆ, ਇੱਕ ਇਸ ਤਰ੍ਹਾਂ ਤਸਵੀਰ ਬਣਾਈ ਹੈ ਮੂਰਤੀ ਵੀ ਕ੍ਰਿਸ਼ਨ ਜੀ ਨੇ ਇੱਕ ਪਹਾੜ ਚੁੱਕਿਆ ਹੋਇਆ ਹੈ। ਤੇ ਮੈਂ ਤੁਹਾਨੂੰ ਬੇਨਤੀ ਕਰਾਂ ਵੀ ਜੇ ਕਿਤੇ ਭਾਰਤ ਵਰਸ਼ ਦੀ ਧਰਤੀ ਤੇ ਸਭ ਤੋਂ ਅਮੀਰੀ ਵੇਖਣੀ ਹੋਵੇ, ਕਿਸੇ ਮੰਦਰ ਦੀ ਗੱਲ ਕਹਿ ਰਹੇ ਹਾਂ, ਤੇ ਸਭ ਤੋਂ ਵੱਧ ਅਮੀਰੀ ਬ੍ਰਿੰਦਾਬਨ ਦੀ ਧਰਤੀ ਤੇ ਜਿਹੜਾ ਕ੍ਰਿਸ਼ਨ ਜੀ ਦੀ ਮੂਰਤੀ ਹੈ, ਗੋਵਰਧਨ ਚੁੱਕਿਆ ਹੋਇਆ ਹੈ, ਇਸ ਅਸਥਾਨ ਤੇ ਹੈ। ਬੜੀ ਲੋਕਾਂ ਦੀ ਪੂਜਾ ਪ੍ਰਤਿਸ਼ਠਾ ਹੈ। ਇੱਥੋਂ ਦਾ ਜਿਹੜਾ ਮਹੰਤ ਹੈ, ਉਹਦਾ ਨਾਮ ਹੈ ਮਹੰਤ ਗੁਸਾਈ। ਜਿਹੜਾ ਮਹੰਤ ਗੁਸਾਈ ਹੈ, ਜਦੋਂ ਗੁਰੂ ਨਾਨਕ ਸਾਹਿਬ ਗਏ ਤੇ ਉਹ ਮਹੰਤ ਗੁਸਾਈ ਅਮੀਰੀ ਬਹੁਤ ਸੀ, ਉੱਥੋਂ ਦਾ ਪੁਜਾਰੀ ਸੀ। ਉਹਨੇ ਬੇਹੱਦ ਕੀਮਤੀ ਕੱਪੜੇ ਪਹਿਨੇ ਹੋਏ ਨੇ, ਬਹੁਤ ਕੀਮਤੀ ਅਤਰ ਆਦਿਕ ਸੁਗੰਧਿਤ ਵਸਤੂਆਂ ਦਾ ਛਿੜਕਾਅ ਕੀਤਾ ਹੋਇਆ ਹੈ, ਤੇ ਨਾਲ ਉਹਦੇ ਕੁਝ ਸਾਥੀ ਅਗਾਂਹ ਪਿੱਛੇ ਤੁਰਨ ਵਾਲੇ। ਤੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਦੀ ਲੰਘ ਗਿਆ, ਸਤਿਗੁਰੂ ਦੇ ਕੋਲ ਦੀ ਲੰਘ ਗਿਆ। ਬਾਬੇ ਮਰਦਾਨੇ ਨੇ ਇੱਕ ਬਚਨ ਆਖਿਆ, ਕਹਿਣ ਲੱਗੇ, ਸਤਿਗੁਰੂ ਇਹ ਬੜਾ ਆਪਣੇ ਕੱਪੜਿਆਂ ਦੀ ਨੁਮਾਇਸ਼ ਕਰ ਰਿਹਾ, ਇੰਨੇ ਕੀਮਤੀ ਕੱਪੜੇ, ਅੱਗੇ ਪਿੱਛੇ ਕੁਝ ਲੋਕ, ਤੇ ਮਹੰਤ ਗੁਸਾਈ। ਇਹਦੇ ਜੀਵਨ ਵਿੱਚ ਗੁਸਾਈ ਨਾਂ ਦੀ ਤੇ ਕੋਈ ਚੀਜ਼ ਨਹੀਂ ਹੈ। ਗੁਸਾਈ ਪ੍ਰਮਾਤਮਾ ਨੂੰ ਵੀ ਆਖਿਆ ਜਾਂਦਾ, ਪਰ ਨਾਮ ਵੀ ਇਹਨੇ ਗੁਸਾਈ ਰੱਖਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਥੇ ਇੱਕ ਸ਼ਬਦ ਉਚਾਰਿਆ ਸੀ, ਸਾਹਿਬ ਨੇ ਬਚਨ ਵਰਤਿਆ, ਕਿਆ ਪਹਿਨੂ ਕਿਆ ਓੜ ਦਿਖਾਵੂੰ, ਨਾਮ ਬਿਨਾ ਕੈਸੇ ਸੁਖ ਪਾਵੂੰ। ਕੀ ਹੋਇਆ? ਸਾਹਿਬ ਕਹਿਣ ਲੱਗੇ, ਤਨ ਤੇ ਕੱਪੜਾ ਪਹਿਨ ਲਿਆ ਬਹੁਤਾ ਕੀਮਤੀ, ਇਹਦੇ ਨਾਲ ਪਰਮਾਤਮਾ ਦੀ ਬਖਸ਼ਿਸ਼ ਤੇ ਨਹੀਂ ਵਰਤਦੀ, ਇਹਦੇ ਨਾਲ ਸੁੱਖ ਤੇ ਨਹੀਂ ਮਿਲਦਾ। ਸਤਿਗੁਰੂ ਦੀ ਪਾਵਨ ਬਾਣੀ ਦਾ ਬਚਨ ਹੈ। ਸਾਹਿਬ ਨੇ ਇਹ ਗੱਲ ਸਮਝਾਉਂਦਿਆਂ ਕਹਿਣ ਲੱਗੇ, ਤਨ ਤੇ ਕੱਪੜਾ ਕੀਮਤੀ ਪਹਿਨਣ ਦੇ ਨਾਲ ਕੋਈ ਪਰਮਾਤਮਾ ਦਾ ਰੂਪ ਨਹੀਂ ਹੋ ਜਾਂਦਾ। ਸਤਿਗੁਰੂ ਨੇ ਜਦੋਂ ਇਹ ਬਚਨ ਉਚਾਰਨ ਕੀਤਾ ਤੇ ਗੁਸਾਈ ਮਹੰਤ ਗੁਰੂ ਚਰਨਾਂ ਵਿੱਚ ਆ ਗਿਆ। ਗੁਰੂ ਚਰਨਾਂ ਵਿੱਚ ਬੈਠ ਕੇ ਜਦੋਂ ਗੁਸਾਈ ਨਾਲ ਚਰਚਾ ਹੋਈ, ਪਹਿਲੋ ਪਹਿਲ ਤੇ ਨੇ ਕਈ ਸਵਾਲ ਸਤਿਗੁਰੂ ਨੂੰ ਕੀਤੇ, ਪਰ ਜਦੋਂ ਸਤਿਗੁਰੂ ਨੇ ਹਰ ਸਵਾਲ ਦਾ ਜਵਾਬ ਦਿੱਤਾ ਤੇ ਗੁਰੂ ਨਾਨਕ ਸਾਹਿਬ ਦੇ ਬਚਨ ਸੁਣੇ, ਸਾਹਿਬ ਨੇ ਇੱਥੇ ਬਚਨ ਉਚਾਰਿਆ। ਮਹਾਰਾਜ ਕਹਿਣ ਲੱਗੇ, ਕਿਆ ਖਾਧੈ ਕਿਆ ਪੈਦਾ ਹੋਏ, ਜਾ ਮਨ ਨਾਹੀ ਸੱਚਾ ਸੋਏ। ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ, ਆਵੈ ਮਹਿਲੀ ਬਾਸ। ਕਿਆ ਲਸਕਰ ਕਿਆ ਨੇਬ ਖਬਾਸੀ, ਆਵੈ ਮਹਿਲੀ ਬਾਸ। ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ਼। ਸਤਿਗੁਰੂ ਨੇ ਇੱਕ ਬਚਨ ਆਖਿਆ, ਕਹਿਣ ਲੱਗੇ, ਕੀ ਹੋਇਆ ਜੇ ਕੀਮਤੀ ਰਹਿਣ ਸਹਿਣ ਹੈ ਤੇਰਾ, ਕੀ ਹੋਇਆ ਤਨ ਤੇ ਕੀਮਤੀ ਕੱਪੜਾ ਹੈ,
ਜੇ ਚਾਰ ਜਣੇ ਅਗਾਂਹ ਪਿਛਾਂਹ ਤੁਰਨ ਵਾਲੇ ਨੇ, ਪਰ ਇੱਕ ਗੱਲ ਚੇਤਾ ਰੱਖੀ, ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ਼। ਪਰਮਾਤਮਾ ਦੇ ਨਾਮ ਤੋਂ ਬਿਨਾ ਭਾਵੇਂ ਕਿਸੇ ਕੋਲ ਕੀਮਤੀ ਪਹਿਨਣ ਦੇ, ਕੀਮਤੀ ਖਾਣ ਵਾਸਤੇ ਪਦਾਰਥ ਨੇ, ਉਹ ਕਿਸੇ ਕੰਮ ਨਹੀਂ ਹੈ ਜੇ ਜੀਵਨ ਅੰਦਰ ਪਰਮਾਤਮਾ ਦੀ ਬੰਦਗੀ ਨਹੀਂ ਹੈ। ਗੁਸਾਈ ਨੂੰ ਜਦੋਂ ਅਜਿਹੇ ਬਚਨ ਸਤਿਗੁਰੂ ਨੇ ਆਖੇ, ਉਹ ਸਤਿਗੁਰੂ ਦੇ ਚਰਨਾਂ ਤੇ ਨਮਸਕਾਰ ਕਰ ਦਿੰਦਾ ਹੈ। ਇਹ ਬ੍ਰਿੰਦਾਵਨ ਦੀ ਗਾਥਾ ਹੈ, ਮੈਂ ਬੇਨਤੀ ਕਹਿ ਰਿਹਾ। ਉਂਝ ਵੀ ਮੈਂ ਤੁਹਾਨੂੰ ਬੇਨਤੀ ਬਾਣੀ ਵਿੱਚੋਂ ਕਰਾਂ, ਗੁਰੂ ਨੇ ਬਾਣੀ ਵਿੱਚ ਇੱਕ ਬਚਨ ਵਰਤੇ ਹੈ। ਸਾਹਿਬ ਕਹਿਣ ਲੱਗੇ, ਜਿਹੜਾ ਮਨੁੱਖ ਆਪਣਾ ਜੀਵਨ ਕੇਵਲ ਖਾਣ ਤੇ ਪਹਿਨਣ ਤੱਕ ਸੀਮਿਤ ਰੱਖਦਾ ਹੈ, ਤਰ੍ਹਾਂ ਤਰ੍ਹਾਂ ਦੇ ਪਦਾਰਥ ਬਣਾਏ ਛਕ ਲਏ, ਜਾਂ ਤਰ੍ਹਾਂ ਤਰ੍ਹਾਂ ਦਾ ਕੱਪੜਾ ਖਰੀਦਿਆ ਤਨ ਤੇ ਪਹਿਨ ਕੇ ਤੇ ਪ੍ਰਸੰਨ ਹੋ ਗਿਆ, ਸਤਿਗੁਰੂ ਕਹਿਣ ਲੱਗੇ, ਜੇ ਤੂੰ ਖਾਣ ਤੇ ਪਹਿਨਣ ਤੱਕ ਸੀਮਿਤ ਹੈ ਤੇ ਤੂੰ ਕਦੀ ਰੱਬੀ ਨਾਮ ਵਿੱਚ ਆਪਣੀ ਪ੍ਰੀਤ ਨਹੀਂ ਪਾਈ, ਸੱਚ ਜਾਣੀ ਤੇਰਾ ਜਿਉਣਾ ਧਰਿਕ ਗਿਆ, ਕਿਸੇ ਕੰਮ ਨਹੀਂ ਹੈ। ਬਾਣੀ ਵਿੱਚ ਬਚਨ ਹੁੰਦਾ ਹੈ, ਖਾਂਦਿਆਂ ਖਾਂਦਿਆਂ ਮੂੰਹ ਘੱਠਾ, ਪੈ ਨੰਦਿਆਂ ਸਭ ਅੰਗ, ਨਾਨਕ ਤ੍ਰਿਗ ਤਿੰਨਾਂ ਦਾ ਜੀਵਿਆ, ਜਿਨ੍ਹਾਂ ਸੱਚ ਨਾ ਲੱਗੋ ਰੰਗ। ਜੇ ਜੀਵਨ ਵਿੱਚ ਪਰਮਾਤਮਾ ਦੇ ਨਾਮ ਦਾ ਰੰਗ ਹੀ ਨਹੀਂ ਚੜ੍ਹਿਆ, ਖਾਣ ਪਹਿਨਣ ਨਾਲ ਕੀ ਹੋਏਗਾ। ਬ੍ਰਿੰਦਾਵਨ ਦੀ ਧਰਤੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਫਿਰ ਮਨੁੱਖਤਾ ਨੂੰ ਰੱਬੀ ਉਪਦੇਸ਼ ਦਿੱਤਾ। ਰੱਬੀ ਉਪਦੇਸ਼ ਦੇ ਕੇ ਸਤਿਗੁਰੂ ਇੱਥੋਂ ਵੀ ਅਗਾਂਹ ਤੁਰਦੇ ਹੈ। ਇੱਥੋਂ ਫਿਰ ਮਹਾਰਾਜ ਆਗਰੇ ਦੀ ਧਰਤੀ ਵਾਲੇ ਪਾਸੇ ਨੂੰ ਇੱਧਰ ਨੂੰ ਤੁਰਦੇ ਹੈ। ਪਹਿਲਾਂ ਸਤਿਗੁਰੂ ਅਜਮੇਰ ਆਉਂਦੇ ਹੈ। ਜਿਹੜਾ ਅਜਮੇਰ ਹੈ ਨਾ, ਤੁਹਾਨੂੰ ਅੱਜ ਵੀ ਪਤਾ ਹੋਵੇਗਾ, ਤੁਸੀਂ ਦੇਖਿਆ ਹੋਵੇਗਾ ਕਈ ਵਾਰੀ ਖਬਰਾਂ ਪੇਪਰਾਂ ਤੇ, ਇੱਥੇ ਇੱਕ ਖਵਾਜਾ ਮੁਹੰਦੀਨ ਚਿਸ਼ਤੀ, ਇਹਦੀ ਦਰਗਾਹ ਬਣੀ ਹੋਈ ਹੈ, ਸਥਾਨ ਬਣਿਆ ਹੋਇਆ ਹੈ। ਮੁਸਲਮਾਨ ਧਰਮ ਦੇ ਤੌਰ ਤੇ ਦਰਜ ਕਰਕੇ ਉਹ ਵੀ ਪੋਥੀਆਂ ਦੇ ਰੂਪ ਵਿੱਚ ਸੰਭਾਲਦੇ ਹੈ। ਹੁਣ ਮਹਾਰਾਜ ਇੱਥੇ ਭਗਤ ਧੰਨਾ ਜੀ ਕੋਲ ਆਉਂਦੇ ਹੈ। ਇਵੇਂ ਜਿਹੜੀ ਬਾਣੀ ਸੀ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਸਤਿਗੁਰੂ ਸੰਭਾਲਦੇ ਰਹੇ। ਫਿਰ ਗੁਰੂ ਅੰਗਦ ਸਾਹਿਬ ਕੋਲ ਆਉਂਦੀ ਹੈ ਬਾਣੀ, ਫਿਰ ਗੁਰੂ ਅੰਗਦ ਸਿੰਘ ਆਪਣੀ ਬਾਣੀ ਤੇ ਭਗਤਾਂ ਦੀ ਬਾਣੀ, ਗੁਰੂ ਨਾਨਕ ਸਾਹਿਬ ਦੀ ਬਾਣੀ ਗੁਰੂ ਅਮਰਦਾਸ ਜੀ ਦੇ ਕੋਲ ਆਉਂਦੀ ਹੈ। ਇਵੇਂ ਗੁਰੂ ਰਾਮਦਾਸ ਜੀ ਦੇ ਕੋਲ ਬਾਣੀ ਆਉਂਦੀ ਹੈ। ਜਦੋਂ ਗੁਰੂ ਅਰਜਨ ਸਾਹਿਬ ਕੋਲ ਬਾਣੀ ਆਈ, ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਹੈ। ਇਹ ਗੱਲ ਬਹੁਤ ਧਿਆਨ ਵਾਲੀ, ਚੇਤਾ ਰੱਖਣ ਵਾਲੀ ਹੈ। ਭਗਤ ਧੰਨਾ ਜੀ ਦਾ ਜਿਹੜਾ ਪਿੰਡ ਪੈਂਦਾ, ਜਿੱਥੇ ਉਹਨਾਂ ਦਾ ਜਨਮ ਹੁੰਦਾ, ਉਹ ਤੇ ਹੈ ਧੂਆਨ ਕਲਾਂ, ਰਾਜਸਥਾਨ ਵਿੱਚ ਹੈ। ਧੂਆਨ ਕਲਾਂ ਪੈਂਦਾ ਹੈ। ਪਰ ਇੱਥੋਂ ਕੁਝ ਦੂਰੀ ਤੇ ਭਗਤ ਧੰਨਾ ਜੀ ਨੇ ਆਪਣਾ ਇੱਕ ਹੋਰ ਟਿਕਾਣਾ ਬਣਾਇਆ ਹੋਇਆ ਸੀ, ਜਿੱਥੇ ਉਹ ਬੈਠ ਕੇ ਧਰਮ ਦੀਆਂ ਵਿਚਾਰਾਂ ਤੇ ਮਨੁੱਖਤਾ ਨੂੰ ਰੱਬੀ ਉਪਦੇਸ਼ ਦਿੰਦੇ ਸਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਏ। ਗੁਰੂ ਨਾਨਕ ਸਾਹਿਬ ਦੇ ਵੇਲੇ ਭਗਤ ਧੰਨਾ ਜੀ ਹੈ ਨੇ, ਵਿਚਾਰਾਂ ਹੁੰਦੀਆਂ ਰੱਬੀ ਘਰ ਦੀਆਂ, ਭਗਤ ਧੰਨਾ ਜੀ ਨੂੰ ਮਿਲਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ। ਉਹਨਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਆਪਣੇ ਕੋਲ ਲਈ ਹੈ। 3 ਸ਼ਬਦ ਨੇ ਭਗਤ ਧੰਨਾ ਜੀ ਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਉਹ ਤਿੰਨੋਂ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਹੜੇ ਦਰਜ ਨੇ, ਗੁਰੂ ਨਾਨਕ ਸਾਹਿਬ ਨੇ ਭਗਤ ਧੰਨਾ ਜੀ ਤੋਂ ਖੁਦ ਲਏ ਹੈ। ਇੱਕ ਬੇਨਤੀ ਮੈਂ ਤੁਹਾਨੂੰ ਇੱਥੇ ਹੋਰ ਕਹਿ ਦਿਆਂ, ਕੁਝ ਗੱਲਾਂ ਵਿਪਰ ਨੇ ਇੰਨੀ ਚਲਾਕੀ ਨਾਲ ਪ੍ਰਚਲਿਤ ਕਰ ਦਿੱਤੀਆਂ ਕਿ ਉਹ ਸਮਾਜ ਵਿੱਚ ਕਈ ਵਾਰੀ ਆਪਣੀ ਮਨੌਤ ਕਾਇਮ ਰੱਖਣ ਵਾਸਤੇ ਕਈ ਕਹਾਣੀਆਂ ਜੋੜਦਾ ਰਿਹਾ।
ਉਹਨਾਂ ਵਿੱਚੋਂ ਇੱਕ ਇਹ ਕਹਾਣੀ ਜੋੜੀ ਗਈ ਕਿ ਜਿਹੜੇ ਭਗਤ ਧੰਨਾ ਜੀ ਨੇ, ਇਹਨਾਂ ਨੇ ਪੱਥਰ ਵਿੱਚੋਂ ਰੱਬ ਪਾਇਆ। ਮੈਨੂੰ ਖਿਮਾ ਕਰਿਓ, ਇਹ ਕਈਆਂ ਨੂੰ ਭਾਵੇਂ ਠੀਕ ਨਾ ਲੱਗੇ, ਪਰ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਲਓ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ। ਗੁਰੂ ਅਰਜਨ ਸਾਹਿਬ ਇਹ ਗੱਲ ਕਹਿੰਦੇ ਹੈ, ਮਹਾਰਾਜ ਨੇ ਬਚਨ ਉਚਾਰਿਆ, ਪਹਿਲਾਂ ਪ੍ਰਮਾਣ ਦਿੱਤੇ ਮਹਾਰਾਜ ਨੇ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਧਾਮ ਕੋ ਛੀਪਰੋ ਹੋਇਓ ਲਾਖੀਨਾ, ਮੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਦੁਲਾਹਰਾ ਭਇਓ ਗੁਨੀ ਗਹੀਰਾ, ਰਵਿਦਾਸ ਬੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਨਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ। 4 ਉਦਾਹਰਨਾਂ ਦਿੱਤੀਆਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ। ਪਹਿਲੀ ਉਦਾਹਰਨ ਦਿੱਤੀ, ਕਹਿਣ ਲੱਗੇ ਜਿਹੜੇ ਭਗਤ ਨਾਮਦੇਵ ਜੀ ਨੇ ਕੱਪੜੇ ਦਾ ਕੰਮ ਕਰਦੇ ਹੈ, ਲੋਕ ਭਾਵੇਂ ਸ਼ੂਦਰ ਕਹਿ ਕੇ ਬੁਲਾਉਂਦੇ ਹੈ, ਪਰ ਜਦੋਂ ਉਹਨਾਂ ਰੱਬੀ ਇਬਾਦਤ ਕੀਤੀ, ਆੜ ਦਾਮ ਕੋ ਛੀਪਰੋ ਹੋਇਓ ਲਾਖੀਨਾ, ਭਗਤ ਨਾਮਦੇਵ ਜੀ ਲੱਖਾਂ ਦੇ ਬਣ ਗਏ। ਫਿਰ ਕਹਿੰਦੇ ਭਗਤ ਕਬੀਰ ਸਾਹਿਬ, ਦੂਜਾ ਉਦਾਹਰਨ ਦਿੱਤਾ, ਜਦੋਂ ਉਹਨਾਂ ਰੱਬ ਨਾਲ ਪ੍ਰੀਤ ਪਾਈ, ਲੋਕ ਭਾਵੇਂ ਜੁਲਾਹਾ ਕਹਿ ਕੇ, ਨੀਵਾਂ ਕਹਿ ਕੇ ਪੁਕਾਰਦੇ ਸਨ, ਪਰ ਕਬੀਰ ਤੇ ਪਰਮਾਤਮਾ ਦਾ ਰੂਪ ਹੋ ਗਿਆ। ਫਿਰ ਭਗਤ ਰਵਿਦਾਸ ਸਾਹਿਬ ਦੀ ਗੱਲ ਕੀਤੀ। ਭਗਤ ਰਵਿਦਾਸ ਸਾਹਿਬ ਭਾਵੇਂ ਜੁੱਤੀਆਂ ਗੰਢਣ ਦਾ ਕਿਰਤਕਾਰ ਕਰਦੇ ਹੈ, ਲੋਕ ਉਹਨਾਂ ਨੂੰ ਨੀਵੇਂ ਸ਼ਬਦ ਵਰਤਦੇ ਹੈ, ਪਰ ਭਗਤ ਰਵਿਦਾਸ ਸਾਹਿਬ ਜੀ ਜਦੋਂ ਹਿਰਦੇ ਵਿੱਚ ਪਰਮਾਤਮਾ ਦਾ ਵਾਸਾ ਹੋਇਆ, ਉਹ ਭਗਤ ਬਣ ਗਏ, ਰੱਬੀ ਇਬਾਦਤ ਵਾਲੇ ਬਣ ਗਏ, ਪਰਮਾਤਮਾ ਵਿੱਚ ਇੱਕ ਰੂਪ ਹੋ ਗਏ। ਫਿਰ ਬੋਲ ਭਗਤ ਸੈਨ ਜੀ ਲਈ ਪਰਤਿਆ, ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ। ਸੈਨ ਜਿਹੜਾ ਭਗਤ ਸੈਨ ਹੈ, ਉਹ ਘਰ ਘਰ ਜਾ ਕੇ ਸੇਵਾ ਕਰਦਾ, ਚਾਕਰੀ ਕਰਦਾ, ਪਰ ਰੱਬੀ ਇਬਾਦਤ ਕਰਕੇ ਪਰਮਾਤਮਾ ਦਾ ਰੂਪ ਹੋ ਗਿਆ ਹੈ। ਇਹ ਬਚਨ ਗੁਰੂ ਅਰਜਨ ਸਾਹਿਬ ਜੀ ਦਾ ਹੈ। ਹੁਣ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਜੇ ਤੁਸੀਂ ਪੁੱਛੋ ਭਗਤ ਧੰਨੇ ਦੀ ਗੱਲ, ਤੇ ਪੁੱਛਿਆ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਭਗਤ ਧੰਨਾ ਜੀ ਨੂੰ ਰੱਬ ਕਿਵੇਂ ਮਿਲਿਆ? ਗੁਰੂ ਅਰਜਨ ਸਾਹਿਬ ਕਹਿੰਦੇ ਆ, ਭਗਤ ਧੰਨੇ ਨੇ ਇਹਨਾਂ ਭਗਤਾਂ ਦਾ ਜੀਵਨ ਵੇਖਿਆ। ਭਗਤ ਧੰਨੇ ਨੇ ਭਗਤ ਨਾਮਦੇਵ ਜੀ ਦਾ ਜੀਵਨ ਵੇਖਿਆ, ਕਬੀਰ ਸਾਹਿਬ ਦਾ, ਰਵਿਦਾਸ ਸਾਹਿਬ ਦਾ ਜੀਵਨ ਵੇਖਿਆ, ਭਗਤ ਸੈਨ ਜੀ ਦਾ ਜੀਵਨ ਵੇਖਿਆ। ਜਦੋਂ ਉਹਨਾਂ ਜੀਵਨ ਵੇਖਿਆ ਵੀ ਇਹ ਰੱਬੀ ਭਗਤੀ ਕਰਕੇ ਪਰਮਾਤਮਾ ਦਾ ਰੂਪ ਹੋ ਗਏ, ਜੀਵਨ ਸਵਾਰ ਗਏ, ਗੁਰੂ ਅਰਜਨ ਸਾਹਿਬ ਕਹਿੰਦੇ, ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ। ਇਹਨਾਂ ਮਹਾਂਪੁਰਖਾਂ ਦਾ ਜੀਵਨ ਵੇਖ ਕੇ ਭਗਤ ਧੰਨਾ ਵੀ ਭਗਤੀ ਵਿੱਚ ਲੱਗ ਗਿਆ। ਇਹ ਬਿਦ ਸੁਣ ਕੇ ਜਾਟਰੋ, ਜਾਟਰੋ ਦਾ ਅਰਥ ਜੱਟ ਮੂੜ ਮਨੁੱਖ ਸੀ, ਜ਼ਿਮੀਂਦਾਰਾ ਕਰਨ ਵਾਲਾ। ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਬਡਭਾਗਾ। ਉਹਨੂੰ ਪ੍ਰਤੱਖ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਧੰਨਾ ਸੀ ਜਿਹੜਾ ਵੱਡਿਆਂ ਭਾਗਾਂ ਵਾਲਾ ਬਣ ਗਿਆ। ਮੈਂ ਬੇਨਤੀ ਤਾਂ ਕਹਿਦੇ ਹਾਂ, ਕੁਝ ਗੱਲਾਂ ਭਗਤ ਸਾਹਿਬਾਨਾਂ ਦੇ ਜੀਵਨ ਦੇ ਨਾਲ, ਜਾਂ ਦੂਰ ਨਾ ਜਾਓ, ਗੁਰੂ ਸਾਹਿਬਾਨਾਂ ਦੇ ਜੀਵਨ ਦੇ ਨਾਲ ਵੀ ਕੁਝ ਲੋਕਾਂ ਨੇ ਆਪਣੀ ਗੱਲ ਕਾਇਮ ਰੱਖਣ ਵਾਸਤੇ ਜਾਂ ਆਪਣੀ ਬੁੱਤ ਪ੍ਰਸਤੀ ਨੂੰ ਬੜਾਵਾ ਦੇਣ ਦੇ ਲਈ ਉਹ ਜੋੜ ਕੇ ਰੱਖ ਦਿੱਤੀ। ਤੁਹਾਨੂੰ ਪਤਾ ਹੋਵੇ, ਸਿੱਖ ਨੂੰ ਸੁਚੇਤ ਹੋਣ ਦੀ ਲੋੜ ਹੈ। ਇੱਥੋਂ ਤੱਕ ਕਈ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸ਼ਬਦਾਂ ਦਾ, ਜਿਹੜੇ ਬਾਣੀ ਦੇ ਗੁਟਕੇ ਸਾਹਿਬ ਨੇ, ਕੁਝ ਐਸੇ ਲੋਕ ਨੇ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੱਜ ਵੀ ਆਪਣੇ ਭਾਣੇ ਕੋਈ ਨਾ ਕੋਈ ਰਲੇਵਾਂ ਪਾਉਣ ਦਾ ਯਤਨ ਕਰ ਰਹੇ ਨੇ।
ਕਈ ਵਾਰੀ ਬੜੇ ਪ੍ਰਤੱਖ ਤੌਰ 'ਤੇ ਇਹੋ ਜਿਹੇ ਲੋਕ ਫੜੇ ਗਏ, ਤੇ ਬੜੇ ਵਾਰੀ ਜਿਹੜਾ ਜੀਵਨ ਹੈ ਗੁਰੂ ਸਾਹਿਬਾਨਾਂ ਦਾ, ਉਹਨਾਂ ਵਿੱਚ ਤੇ ਗੁਰੂ ਸਾਹਿਬਾਨਾਂ ਦੇ ਜੀਵਨ ਪ੍ਰਤੀ ਤੇ ਕਈ ਲੋਕਾਂ ਨੇ ਜਾਣ ਬੁੱਝ ਕੇ ਬਾਅਦ ਘਾਟ ਕੀਤਾ ਹੋਇਆ ਹੈ। ਪਿੱਛੇ ਇੱਕ ਬੜਾ ਰੌਲਾ ਪਿਆ ਸੀ, ਤੁਹਾਨੂੰ ਪਤਾ ਹੋਵੇ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਇੱਕ ਕਿਤਾਬ ਦੇ ਅੰਦਰ ਜਿਹੜੀ ਸਕੂਲ ਵਿੱਚ ਪੜ੍ਹਾਈ ਜਾਂਦੀ ਰਹੀ, ਅੱਤਵਾਦੀ ਸ਼ਬਦ ਵਰ ਦਿੱਤਾ ਗਿਆ ਸੀ ਵੀ ਇਹ ਤੇ ਸ਼ਾਸਤਰਾਂ ਦੀ ਗੱਲ ਕਰਦੇ ਸੀ, ਝਗੜੇ ਦੀ ਅਜਿਹੇ ਸ਼ਬਦ ਵੀ ਵਰਤੇ। ਉਦੋਂ ਸਿੱਖਾਂ ਨੇ ਬੜੀ ਇਸ ਗੱਲ ਦੀ ਵਿਰੋਧਤਾ ਕੀਤੀ, ਪਰ ਮੈਂ ਬੇਨਤੀ ਤਾਂ ਕਹਿਣ ਲੱਗਿਆ ਵੀ ਇਹ ਕਰਮ ਵਕਤ ਵਕਤ ਤੇ ਜਿਹੜੇ ਸਿੱਖੀ ਦੇ ਦੁਸ਼ਮਣ ਲੋਕ ਨੇ ਉਹ ਕਰੀ ਜਾ ਰਹੇ ਨੇ, ਸਿੱਖ ਸੁਚੇਤ ਰਹੇ। ਤਾਂ ਫਿਰ ਬੇਨਤੀ ਦੁਹਰਾਵਾਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਧੂਆਨ ਕਲਾਂ ਵਿਖੇ ਉਹਦੇ ਲਾਗੀ ਸਤਿਗੁਰੂ ਮਹਾਰਾਜ ਭਗਤ ਧੰਨਾ ਜੀ ਨੂੰ ਮਿਲਦੇ ਹੈ, ਤੇ ਭਗਤ ਧੰਨਾ ਜੀ ਨੂੰ ਮਿਲ ਕੇ ਤੇ ਉਹਨਾਂ ਪਾਸੋਂ ਰੱਬੀ ਵਿਚਾਰਾਂ ਪਹਿਲਾਂ ਕਰਦੇ ਹੈ, ਬੇਅੰਤ ਸੰਗਤਾਂ ਜੁੜਦੀਆਂ, ਸਤਿਗੁਰੂ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਰੱਬੀ ਉਪਦੇਸ਼ ਬਖਸ਼ਿਸ਼ ਕਰਦੇ ਹੈ। ਤੇ ਭਗਤ ਧੰਨਾ ਜੀ ਦੇ 3 ਸ਼ਬਦ ਜਿਹੜੇ ਗੁਰਬਾਣੀ ਵਿੱਚ ਨੇ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਸ਼ ਵਾਰਤਾ, ਇਹ ਜਿਹੜੇ ਬੋਲ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ, ਉਹ ਭਗਤ ਧੰਨਾ ਜੀ ਤੋਂ ਬੜੇ ਅਦਬ ਨਾਲ ਲੈਂਦੇ ਹੈ। ਇੱਥੋਂ ਫਿਰ ਮਹਾਰਾਜ ਨੇ ਅਗਾਂਹ ਦਿੱਲੀ ਦੀ ਧਰਤੀ ਨੂੰ ਜਾਣਾ ਹੈ। ਥੋੜ੍ਹੀ ਗੱਲ ਤੁਸੀਂ ਧਿਆਨ ਵਿੱਚ ਕਰ ਲਵੋ, ਇਹ ਜਿਹੜੀ ਪਹਿਲੀ ਉਦਾਸੀ ਹੈ ਨਾ ਗੁਰੂ ਨਾਨਕ ਸਾਹਿਬ ਜੀ ਦੀ, ਇਹ 8 ਸਾਲ ਦੀ ਹੈ ਤਕਰੀਬਨ। 1505 ਵਿੱਚ ਤੁਰੇ ਸਨ ਸੁਲਤਾਨਪੁਰ ਤੋਂ, ਤੇ ਸਤਿਗੁਰੂ ਜਦੋਂ ਸੰਗਲਾ ਦੀਪ ਪਹੁੰਚਦੇ ਸੀ 3 ਸਾਲ ਹੋ ਗਏ ਸਨ। ਸੰਗਲਾ ਦੀਪ ਤੋਂ ਫਿਰ ਵਾਪਸ ਮੁੜ ਰਹੇ ਹੈ। ਹੁਣ ਮਹਾਰਾਜ ਦਿੱਲੀ ਜਾਣਗੇ, ਅਗਾਂਹ ਹਰਿਆਣੇ ਵਿੱਚ ਕਈ ਪਾਣੀਪਤ ਕਈ ਥਾਵਾਂ 'ਤੇ ਹੋ ਕੇ ਜਦੋਂ ਨੂੰ ਸੰਗਲਾ ਦੀਪ ਤੋਂ ਸਾਰਾ ਪੈਂਡਾ ਤੈਅ ਕਰਕੇ ਵਾਪਸ ਮੁੜਦੇ ਆ, 5 ਸਾਲ ਦਾ ਸਮਾਂ ਲੱਗਦਾ ਹੈ। ਆਪਾਂ ਤੇ ਸੰਖੇਪ ਵਿਚਾਰੀ ਜਾ ਰਹੇ ਹਾਂ। ਮੈਂ ਫਿਰ ਬੇਨਤੀ ਕਹਿਣ ਲੱਗੇ ਹਾਂ, ਬਹੁਤ ਅਸਥਾਨ ਐਸੇ ਨੇ ਜਿਨ੍ਹਾਂ ਦੇ ਨਾਂ ਥਾਂ ਚੇਤਾ ਰੱਖਣੇ ਔਖੇ ਨੇ। ਸੱਚ ਗੱਲ ਇਹ ਹੈ, ਜਿੱਥੇ ਮਹਾਰਾਜ ਬਖਸ਼ਿਸ਼ਾਂ ਵਰਤਾ ਕੇ ਆਉਂਦੇ ਹੈ। ਤੇ ਇੱਕ ਜਿਹੜੇ ਉੱਘੇ ਅਸਥਾਨ ਨੇ, ਸਤਿਗੁਰੂ ਇੱਕ ਦਿਨ ਨਹੀਂ ਰਹਿੰਦੇ, ਫਿਰ ਉੱਥੇ ਟਿਕਾਣਾ ਕਰਦੇ ਹੈ। ਹਰ ਥਾਂ ਧਰਮਸ਼ਾਲਾ ਬਣਵਾਉਂਦੇ ਹੈ। ਉੱਥੇ ਦੋਨੋਂ ਵਕਤ ਸੰਗਤਾਂ ਨੂੰ ਰੱਬੀ ਉਪਦੇਸ਼ ਵਿੱਚ ਜੁੜਨ ਦਾ ਉਪਦੇਸ਼ ਦਿੰਦੇ ਹੈ। ਇਵੇਂ ਇਹ ਰੱਬੀ ਰਹਿਮਤਾਂ ਵਰਤਾਉਂਦਿਆਂ 8 ਸਾਲ ਦਾ ਸਮਾਂ ਪਹਿਲੀ ਉਦਾਸੀ ਵਿੱਚ ਲਾਉਂਦੇ ਹੈ। ਕੱਲ੍ਹ ਰੋਜ਼ ਆਪਾਂ ਅਗਲੀ ਲੜੀ, ਜਦੋਂ ਸਤਿਗੁਰੂ ਨੇ ਇੱਥੋਂ ਫਿਰ ਦਿੱਲੀ ਨੂੰ ਜਾਣਾ, ਉਹ ਆਪਾਂ ਕੱਲ੍ਹ ਰੋਜ਼ ਵਿਚਾਰਾਂਗੇ। ਅੱਜ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਭੁੱਲ ਚੁੱਕ ਦੀ ਖਿਮਾ ਬਖਸ਼ਣਾ ਜੀ। ਫਤਿਹ ਦੀ ਸਾਂਝ ਪਾਓ।